ਸਕਰੀਨ ਦੇ ਸ਼ੀਟ ਦਿਖ ਰਹੀ ਹੈ। ਇਹ ਸ਼ੀਟ ਤੋਂ ਕੁਝ ਡਿਸਟੈਂਸ ਤੇ ਇਹ ਸ਼ੀਟ ਏਦਾਂ ਹੈ, ਠੀਕ ਹੈ। ਇਹਦੇ ਤੋਂ ਕੁਝ ਡਿਸਟੈਂਸ ਤੇ ਇੱਕ ਪੁਆਇੰਟ ਹੈ, ਇੱਥੇ ਪੁਆਇੰਟ ਹੈ ਜਿੱਥੇ ਮੇਰਾ ਪੈਨ ਹੈ, ਇੱਥੇ ਕੋਈ ਪੁਆਇੰਟ ਹੈ। ਇਸ ਪੁਆਇੰਟ ਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਫਾਈਂਡ ਕਰਨੀ ਹੈ। ਇਹ ਸ਼ੀਟ ਕਿੱਦਾਂ ਦੀ ਹੈ? ਇਸ ਸ਼ੀਟ ਦੇ ਪੂਰੇ ਦੇ ਉੱਪਰ ਚਾਰਜ ਹੈ, ਪੂਰੀ ਸ਼ੀਟ ਦੇ ਉੱਪਰ ਚਾਰਜ ਹੈ, ਠੀਕ ਹੈ। ਸਾਰੀ ਸ਼ੀਟ ਚਾਰਜ ਹੈਗੀ ਹੈ ਪੂਰੀ। ਤਾਂ ਇਹਦੀ ਉਵੇਂ ਲੈਂਥ ਹੋਏਗੀ, ਬ੍ਰੈਡਥ ਹੋਏਗੀ, ਮਤਲਬ ਇਹਦਾ ਏਰੀਆ ਹੋਏਗਾ, ਠੀਕ ਹੈ। ਔਰ ਇਹਦੇ ਤੋਂ ਕੁਝ ਡਿਸਟੈਂਸ ਤੇ ਇੱਕ ਪੁਆਇੰਟ ਹੈ, ਇੱਥੇ ਪੁਆਇੰਟ ਹੈ, ਉਸ ਪੁਆਇੰਟ ਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ ਹੈ ਕਿੰਨੀ ਹੋਏਗੀ। ਕਲੀਅਰ ਹੋ ਗਿਆ? ਸ਼ੀਟ ਤੁਹਾਡੀ ਇਦਾਂ ਦੀ ਦੋਨੋਂ ਪਾਸੇ, ਮਤਲਬ ਹੈ ਨਾ, ਇੱਧਰਲੇ ਪਾਸੇ ਵੀ ਇਹਨੂੰ ਆਪਾਂ ਸੈਂਟਰ 'ਚ ਐਂ ਰੱਖਿਆ ਹੋਇਆ ਸੀ ਸ਼ੀਟ ਨੂੰ। ਤਾਂ ਇਸ ਜਗ੍ਹਾ ਤੇ ਇੱਧਰ ਜਾਂ ਇੱਧਰਲੇ ਪਾਸੇ ਸਾਡੇ ਕੋਲ ਕੋਈ ਪੁਆਇੰਟ ਹੈ, ਉਸ ਪੁਆਇੰਟ ਦੇ ਕੁਝ ਡਿਸਟੈਂਸ ਤੇ ਪੁਆਇੰਟ ਹੈ, ਅਸੀਂ ਉਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਫਾਈਂਡ ਕਰਨਾ ਚਾਹੁੰਦੇ ਹਾਂ। ਇਹ ਸਾਡਾ ਕਨਸੈਪਟ ਹੈ, ਠੀਕ ਹੈ। ਹੁਣ ਆਪਾਂ ਵਾਪਿਸ ਚੱਲਦੇ ਹਾਂ ਆਪਣੇ ਮੈਂ ਸਕਰੀਨ ਸ਼ੇਅਰ ਦੁਬਾਰਾ ਕਰੂੰਗਾ। ਇਹ ਟੌਪਿਕ ਹੈ ਆਪਣਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਏ ਪਲੇਨ ਸ਼ੀਟ ਆਫ ਚਾਰਜ। ਤਾਂ ਸਾਡਾ ਇਹ ਟੌਪਿਕ ਹੈ ਬੇਟਾ, ਪਲੇਨ ਸ਼ੀਟ ਆਫ ਚਾਰਜ ਹੈ। ਉਹ ਤੁਹਾਨੂੰ ਆ ਸ਼ੀਟ ਜਿਵੇਂ ਹੁਣ ਆਪਾਂ ਦੇਖ ਰਹੇ ਸੀ, ਇਹ ਵਾਲੀ ਸ਼ੀਟ ਹੈ ਸਾਡੇ ਕੋਲ, ਠੀਕ ਹੈ, ਇਹ ਵਾਲੀ। ਓਕੇ, ਤਾਂ ਇਹ ਜਿਹੜੀ ਸ਼ੀਟ ਹੈ ਸਾਡੀ, ਇਹ ਪੋਜ਼ਿਟਿਵਲੀ ਚਾਰਜਡ ਹੈ। ਆਪਾਂ ਵਿਚਾਲੇ ਇਹਦੇ ਪਲੱਸ ਪਲੱਸ ਸਾਈਨ ਪਾਏ ਹੋਏ ਆ, ਪੋਜ਼ਿਟਿਵਲੀ ਚਾਰਜਡ ਹੈ ਸਾਰੀ ਸ਼ੀਟ। ਇਸ ਸ਼ੀਟ ਤੋਂ ਇੱਥੇ ਇੱਕ ਅਸੀਂ ਪੁਆਇੰਟ ਲਿਆ ਸੀ, ਦਿਸ ਵਾਜ਼ ਮਾਈ ਪੁਆਇੰਟ ਆਫ ਆਬਜ਼ਰਵੇਸ਼ਨ। ਇਹ ਪੁਆਇੰਟ P ਲਿਆ ਮੰਨ ਲਓ, ਜਿੱਥੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰਨਾ ਚਾਹੁੰਦੇ ਹਾਂ ਇਸ ਪੁਆਇੰਟ ਦੇ ਉੱਤੇ, ਠੀਕ ਹੈ। ਹੁਣ ਆਪਾਂ ਕੀ ਕਰਾਂਗੇ, ਆਪਾਂ ਇੱਥੇ ਗੋਜ਼ੀਅਨ ਸਰਫੇਸ ਡਰਾ ਕਰਨਾ ਹੈ। ਆਪਾਂ ਚਾਹੁੰਦੇ ਹੁੰਦੇ ਹਾਂ ਵੀ ਜਿਹੜਾ ਗੋਜ਼ੀਅਨ ਸਰਫੇਸ ਹੈ ਸਾਡਾ, ਉਹ ਜਿਹੜਾ ਸਾਡਾ ਚਾਰਜ ਵਾਲੀ ਸ਼ੀਟ ਹੈ ਕੁਝ ਵੀ ਹੈ, ਉਹਦੇ ਤੋਂ ਇਕੁਅਲ ਡਿਸਟੈਂਸ ਤੇ ਹੋਵੇ ਸਾਰੇ ਪੁਆਇੰਟਸ ਤੋਂ। ਤੇ ਇੱਥੇ ਅਸੀਂ ਜਿਹੜਾ ਸਰਫੇਸ ਲੈਂਦੇ ਪਏ ਹਾਂ, ਉਹ ਕਿੱਦਾਂ ਲੈਂਦੇ ਪਏ ਹਾਂ, ਅਸੀਂ ਇੱਕ ਸਿਲੰਡਰ ਲੈ ਲਾਂਗੇ। ਮਤਲਬ ਜਿਵੇਂ ਇੱਥੇ ਤੁਹਾਨੂੰ ਫਿਗਰ ਵਿੱਚ ਸ਼ੋ ਕੀਤਾ, ਸਿਲੰਡਰ ਅਸੀਂ ਇੱਦਾਂ ਲਿਆ ਵੀ ਸਿਲੰਡਰ ਮੰਨ ਲਓ ਇਹਦੇ ਵਿੱਚੋਂ ਪਾਸ ਕਰਦਾ ਪਿਆ ਹੈ, ਤੇ ਆ ਜਿਹੜਾ ਸਾਡਾ ਪੁਆਇੰਟ ਹੈ ਉਹ ਸਿਲੰਡਰ। ਹਾਂਜੀ ਬੇਟਾ, ਉਹ ਬਾਕੀਆਂ ਨੂੰ ਆ ਰਹੀ ਹੈ, ਉਹ ਬਾਕੀਆਂ ਨੂੰ ਆ ਰਹੀ ਹੈ। ਬੱਚਾ ਫਿਰ ਤੁਹਾਨੂੰ ਕਿਉਂ ਨਹੀਂ ਆਉਂਦੀ? ਆਪਦੀ ਆਪਦੀ ਵੋਲੀਅਮ ਵੋਲੀਅਮ ਵਧਾ ਕੇ ਦੇਖੋ ਫੋਨ ਦੀ, ਜਾਂ ਹੈੱਡਫੋਨ ਯੂਜ਼ ਕਰਿਆ ਕਰੋ, ਠੀਕ ਹੈ। ਓਕੇ, ਠੀਕ ਹੈ। ਹੈੱਡਫੋਨ ਯੂਜ਼ ਕਰਿਆ ਕਰੋ ਬੇਟਾ, ਉਹਦੇ ਨਾਲ ਥੋੜਾ ਜ਼ਿਆਦਾ ਕਲੈਰਿਟੀ ਰਹਿੰਦੀ ਹੈ, ਸਮਝ ਆਉਂਦੀ ਰਹਿੰਦੀ ਤੁਹਾਨੂੰ। ਤੇ ਉਹ ਜਿਹੜੀਆਂ ਬਾਹਰਲੀਆਂ ਆਵਾਜ਼ਾਂ ਨਾ ਥੋੜ੍ਹੀਆਂ ਘੱਟ ਹੋ ਜਾਂਦੀਆਂ, ਤੇ ਆਵਾਜ਼ ਆਪਾਂ ਨੂੰ ਕਲੀਅਰ ਸੁਣਦੀ ਹੈ। ਆਪਣੇ ਕੋਲ ਨਾ ਸ਼ੀਟ ਹੈ, ਸ਼ੀਟ ਦੇ ਵਿੱਚੋਂ ਦੀ ਆਪਾਂ ਇੱਕ ਸਿਲੰਡਰ ਲੈ ਲਿਆ, ਇੱਕ ਗੋਜ਼ੀਅਨ ਸਰਫੇਸ, ਇੱਕ ਇਮੈਜਿਨਰੀ ਚੀਜ਼ ਹੁੰਦੀ ਹੈ, ਇਹ ਕੋਈ ਅਸਲੀ ਨਹੀਂ ਹੁੰਦਾ ਇੱਥੇ ਸਿਲੰਡਰ। ਇਹ ਇਮੈਜਿਨਰੀ ਇੱਕ ਸਿਲੰਡਰ ਅਸੀਂ ਡਰਾ ਕੀਤਾ ਹੈ। ਔਰ ਕਿਵੇਂ ਡਰਾ ਕੀਤਾ ਹੈ ਵੀ ਜਿਹੜਾ ਮੰਨ ਲਓ ਆਹ ਸਿਲੰਡਰ ਹੈ ਸਾਡਾ, ਇਸ ਸਿਲੰਡਰ ਦਾ ਜਿਹੜੇ ਸਾਈਡ ਵਾਲੇ ਸਾਡੇ ਕੋਲ ਸਫੈਰੀਕਲ ਸਰਫੇਸ ਹੁੰਦਾ, ਸਰਕੂਲਰ ਆਹ ਵਾਲਾ ਸਰਫੇਸ ਹੈ। ਤਾਂ ਸਾਡਾ ਜਿਹੜਾ ਪੁਆਇੰਟ ਆਫ ਆਬਜ਼ਰਵੇਸ਼ਨ ਹੈ ਉਹ ਮੰਨ ਲਓ ਸਾਡੇ ਇਸ ਸਰਫੇਸ ਦੇ ਉੱਪਰ ਹੈ, ਜਿਹੜਾ ਗੋਲ ਸਰਫੇਸ ਹੈ ਸਾਈਡ ਵਾਲਾ, ਆਹ ਸਾਡਾ ਪੁਆਇੰਟ ਉੱਥੇ ਆ ਗਿਆ, ਠੀਕ ਹੈ। ਇਸ ਸਰਫੇਸ ਦੇ ਉੱਪਰ ਆ ਗਿਆ। ਕਲੀਅਰ ਹੋ ਗਿਆ? ਹਾਂਜੀ ਕਲੀਅਰ ਹੋ ਗਿਆ। ਤਾਂ ਸਾਡਾ ਪੁਆਇੰਟ ਜਿਹੜਾ ਸੀਗਾ, ਜਿਹੜਾ ਪੁਆਇੰਟ ਉਹ ਸੀ ਸਾਡਾ ਇੱਥੇ। ਹੁਣ ਦੇਖੋ, ਜਦੋਂ ਆਪਾਂ ਗੋਸ ਥਿਓਰਮ ਨੂੰ, ਗੋਸ ਲਾ ਨੂੰ ਯੂਜ਼ ਕਰਾਂਗੇ, ਗੋਸ ਲਾ ਨੂੰ ਯੂਜ਼ ਕਰਨ ਲਈ ਸਾਡੇ ਕੋਲ ਟੋਟਲ ਇਲੈਕਟ੍ਰਿਕ ਫਲਕਸ ਆਉਂਦੀ ਹੈ ਫਾਈ। ਫਾਈ ਆਪਾਂ ਕੱਢਦੇ ਹਾਂ, ਉਹ ਕਿੰਦੇ ਬਰਾਬਰ ਹੁੰਦਾ ਹੈ? ਦੈਟ ਇਜ਼ ਇੰਟੈਗਰਲ E ਵੈਕਟਰ ਡੋਟ ds ਵੈਕਟਰ। ਔਰ ਉਹ ਕਿੰਦੇ ਬਰਾਬਰ ਹੁੰਦਾ ਹੈ? ਕਿਊ ਬੋਨ ਐਪਸਾਈਲਨ ਨੋਟ ਦੇ ਬਰਾਬਰ ਹੁੰਦਾ ਹੈ। ਇਹ ਫਾਰਮੂਲਾ ਸਾਡਾ ਗੋਸ ਲਾ ਹੈਗਾ, ਮਤਲਬ ਫਾਈ ਸਾਡਾ ਇਹਦੇ ਵੀ ਇਕੁਅਲ ਹੁੰਦਾ ਹੈ, ਤੇ ਜਿਹੜਾ ਫਾਈ ਹੈ ਸਾਡਾ ਉਹ ਇਹਦੇ ਵੀ ਇਕੁਅਲ ਹੁੰਦਾ ਹੈ, ਤੇ ਇਹਨੂੰ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ। ਇਹ ਹਮੇਸ਼ਾ ਆਪਾਂ ਜਿਹੜਾ ਵੀ ਆਰਟੀਕਲ ਅਸੀਂ ਕਰਾਂਗੇ ਗੋਸ ਲਾ ਵਾਲਾ, ਤੇ ਉੱਥੇ ਅਸੀਂ ਐਸੇ ਚੀਜ਼ ਨੂੰ ਯੂਜ਼ ਕਰਾਂਗੇ, ਠੀਕ ਹੈ। ਤਾਂ ਇਹ ਗੌਸ ਥਿਓਰਮ ਨੂੰ ਅਸੀਂ ਇੱਥੇ ਯੂਜ਼ ਕਰਦੇ ਪਏ ਹਾਂ। ਹੁਣ ਦੇਖੋ, ਸਾਡੇ ਕੋਲ ਇਸ ਸਿਲੰਡਰ ਦੇ ਵਿੱਚ ਤਿੰਨ ਸਰਫੇਸ ਹੋ ਗਏ ਬੇਟਾ। ਕਿਹੜੇ ਕਿਹੜੇ ਸਰਫੇਸ ਹੋ ਗਏ? ਇੱਕ ਤਾਂ ਵਾਲਾ ਸਰਫੇਸ ਹੋ ਗਿਆ ਜਿੰਨ ਤੇ ਸਾਡਾ ਪੁਆਇੰਟ ਹੈ, ਇੱਕ ਪਰਲੇ ਪਾਸੇ ਵਾਲਾ ਸਰਫੇਸ ਹੋ ਗਿਆ ਜਿਹੜਾ ਸਰਕੂਲਰ ਹੈ 2 ਨੰਬਰ, ਤੀਸਰਾ ਆਹ ਵਾਲਾ ਸਰਫੇਸ ਹੋ ਗਿਆ ਜਿਹੜਾ ਸਾਈਡ ਵਾਲਾ ਸਰਫੇਸ ਹੁੰਦਾ ਸਾਰਾ। ਤਿੰਨ ਸਰਫੇਸ ਹੋ ਗਏ। ਤਿੰਨੋਂ ਸਰਫੇਸ ਲਈ ਜਿਹੜੀ ਹੈ ਆਪਣੇ ਕੋਲ ਇਲੈਕਟ੍ਰਿਕ ਫਲਕਸ ਆਊਗੀ, ਠੀਕ ਹੈ। ਤਿੰਨੋਂ ਸਰਫੇਸ ਲਈ ਅਸੀਂ ਇਲੈਕਟ੍ਰਿਕ ਫਲਕਸ ਕੱਢਾਂਗੇ। ਤਾਂ ਜਿਹੜੀ ਜਿਹੜੀ ਪਹਿਲਾ ਸਰਫੇਸ ਹੈ, ਦੂਸਰਾ, ਤੀਸਰਾ, ਉਹਦੇ ਲਈ ਅਲੱਗ-ਅਲੱਗ ਜੇ ਅਸੀਂ ਕੰਸੀਡਰ ਕਰਾਂਗੇ ਇਲੈਕਟ੍ਰਿਕ ਫਲਕਸ ਕੱਢਣ ਲਈ, ਤਾਂ ਸਾਡੇ ਕੋਲ ਫਾਰਮੂਲਾ ਕੀ ਆਊਗਾ? we will be having this formula integral E vector dot ds vector।
ਹੁਣ ਇਹਨੂੰ ਜੇ ਅਸੀਂ ਓਪਨ ਕਰਾਂਗੇ, ਇਸ ਚੀਜ਼ ਨੂੰ ਜੇ ਅਸੀਂ ਓਪਨ ਕਰੀਏ, ਮੈਂ ਲਾਸਟ ਟਾਈਮ ਵੀ ਤੁਹਾਨੂੰ ਦੱਸਿਆ ਸੀ, ਤਾਂ ਇੰਟੈਗਰਲ ਈ ਵੈਕਟਰ ਡੋਟ ਡੀਐਸ ਨੂੰ ਅਸੀਂ ਲਿਖਾਂਗੇ ਈ ਡੀਐਸ ਕੋਸ ਆਫ ਥੀਟਾ। ਹੁਣ ਇਹ ਥੀਟਾ ਤੇ ਡਿਪੈਂਡ ਕਰੂਗਾ ਵੀ ਥੀਟਾ ਦੀ ਵੈਲਿਊ ਕਿੰਨੀ ਹੈ। ਥੀਟਾ ਕਿੰਦੇ ਕਿੰਦੇ ਚ ਹੈ, ਈ ਵੈਕਟਰ ਵਿੱਚ ਹੈ, ਦੂਸਰੀ ਚੀਜ਼ ਕੀ ਹੈ, ਡੀਐਸ ਵੈਕਟਰ ਹੈ। ਡੀਐਸ ਸਾਡਾ ਕੀ ਹੈ, ਜਿਹੜਾ ਏਰੀਆ ਵੈਕਟਰ ਹੈ, ਤੇ ਈ ਕੀ ਹੈ, ਸਾਡੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੈ। ਜੇਕਰ ਇਹਨਾਂ ਦੋਨਾਂ ਵਿੱਚ ਐਂਗਲ 0 ਡਿਗਰੀ ਹੈ, ਮਤਲਬ ਥੀਟਾ ਸਾਡਾ 0 ਡਿਗਰੀ ਹੈ, ਫਿਰ ਕੋਸ 0 ਦੀ ਵੈਲਿਊ ਕਿੰਨੀ ਹੁੰਦੀ ਹੈ, ਕੋਸ 0 ਦੀ ਵੈਲਿਊ ਕਿੰਨੀ ਹੁੰਦੀ, 1। ਤੇ ਜੇਕਰ ਇਹਨਾਂ ਥੀਟਾ ਸਾਡੇ ਕੋਲ ਕਿਸੇ ਕੇਸ 90 ਡਿਗਰੀ ਆ ਗਿਆ, ਫਿਰ ਕੋਸ 90 ਦੀ ਵੈਲਿਊ ਕਿੰਨੀ ਆ ਜਾਊਗੀ, 0 ਆ ਜਾਊਗੀ। ਫਿਰ ਆ ਸਾਡਾ ਆਂਸਰ 0 ਹੋ ਜਾਊਗਾ। ਇੰਨੀ ਗੱਲ ਤਾਂ ਤੁਹਾਨੂੰ ਪਿਛਲੀ ਵਾਰ ਵੀ ਦੱਸੀ ਸੀ, ਠੀਕ ਹੈ। ਹੁਣ ਅਸੀਂ ਸਾਡੇ ਕੋਲ ਦੇਖੋ, ਜਦੋਂ ਅਸੀਂ ਲਵਾਂਗੇ ਵੀ ਆਹ ਵਾਲਾ ਸਰਫੇਸ, ਜਿਹੜਾ ਇਸ ਸਰਫੇਸ ਦੀ ਮੈਂ ਗੱਲ ਕਰ ਰਿਹਾ, ਜਿਹੜਾ ਟੇਢਾ ਸਰਫੇਸ ਹੈ ਸਾਈਡ ਵਾਲਾ, ਉਸ ਕੇਸ 'ਚ ਦੇਖੋ ਸਾਡੀ ਸ਼ੀਟ ਇੱਥੇ ਹੈ, ਇਹਨੂੰ ਮੈਂ ਐਦਾਂ ਜੇ ਬਣਾਵਾਂ, ਸਾਡੀ ਸ਼ੀਟ ਇੱਥੇ ਸੈਂਟਰ ਜੇ 'ਚ ਹੈ, ਠੀਕ ਹੈ, ਐਦਾਂ ਕਰਕੇ ਆਹ ਸ਼ੀਟ ਹੈ। ਹੁਣ ਇਹਦੇ ਤੋਂ ਇਲੈਕਟ੍ਰਿਕ ਫੀਲਡ ਐ ਨੂੰ ਜਾਊਗੀ, ਜਾਂ ਇੱਧਰ ਪਿਛਲੇ ਪਾਸੇ ਨੂੰ ਇੱਧਰ ਨੂੰ ਜਾਊਗੀ ਇਲੈਕਟ੍ਰਿਕ ਫੀਲਡ, ਸਮਝ ਗਏ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆ ਵਾਲੀ ਆਊਗੀ। ਕਲੀਅਰ ਹੋ ਗਿਆ। ਹੁਣ ਜਿਹੜਾ ਜਿਹੜਾ ਇਹ ਸਰਫੇਸ ਹੈ, ਜਿਹੜਾ ਟੇਢਾ ਸਰਫੇਸ ਹੈ ਵਾਲਾ, ਇਹਦੇ ਤੋਂ ਜਿਹੜਾ ਏਰੀਆ ਵੈਕਟਰ ds ਹੁੰਦਾ ਹੈ, ਉਹ ਕਿਹੜੇ ਪਾਸੇ ਲੈਣੇ, ਕੋਈ ਵੀ ਸਰਫੇਸ ਹੋਵੇ, ਜਿਵੇਂ ਪਿੱਛੇ ਮੈਂ ਤੁਹਾਨੂੰ ਦੱਸਿਆ ਸੀ, ਮੰਨ ਲਓ ਜੇ ਤੁਸੀਂ ਸਰਫੇਸ ਐਦਾਂ ਲਓਗੇ ਤਾਂ ਇਹਦੇ ਤੋਂ ਏਰੀਆ ਵੈਕਟਰ ਇਹਦੇ ਤੋਂ 90 ਡਿਗਰੀ ਦੇ ਐਂਗਲ ਤੇ ਲੈਣਾ ਹੁੰਦਾ ਸੀ। ਏਰੀਆ ਵੈਕਟਰ ਦਾ ਮਤਲਬ ਵੀ ਸਰਫੇਸ ਤੋਂ 90 ਡਿਗਰੀ ਦੇ ਕੋਣ ਤੇ ਐਂਗਲ ਲੈ ਲਓ। ਹੁਣ ਸਾਡਾ ਸਰਫੇਸ ਆਹ ਵਾਲਾ ਹੈ, ਟੇਢੇ ਵਾਲਾ, ਤੇ ਇਹਦੇ ਤੋਂ 90 ਦਾ ਕੋਣ ਆਹ ਵਾਲਾ ਬਣੂਗਾ। ਇਹਦਾ ਮਤਲਬ ਏਰੀਆ ਵੈਕਟਰ ਜੋ ਸਾਡਾ ds ਹੈ, ਉਹ ਇੱਧਰਲੇ ਪਾਸੇ ਨੂੰ ਆਊਗਾ। ਤੇ ਇਸ ਕੇਸ 'ਚ E ਸਾਡਾ ਕਿਹਦੇ ਪਾਸੇ ਆਉਂਦਾ ਪਿਆ, ਇੱਧਰਲੇ ਪਾਸੇ, ਤੇ E ਤੇ ds 'ਚ ਐਂਗਲ ਕਿੰਨਾ ਹੋ ਜਾਊਗਾ, 90 ਡਿਗਰੀ ਦਾ। ਤੇ ਜੇ ਐਂਗਲ 90 ਡਿਗਰੀ ਹੋ ਜਾਊਗਾ, ਫਿਰ ਅਸੀਂ ਇੱਥੇ ਹੁਣੇ ਕੀਤਾ ਸੀ, E ds ਦੀ ਵੈਲਿਊ ਕਿੰਨੀ ਆ ਜਾਊਗੀ, 0 ਆ ਜਾਊਗੀ। ਇਲੈਕਟ੍ਰਿਕ ਫਲਕਸ ਸੀ ਜਿਹੜਾ ਫਾਈ, ਉਹਦਾ ਆਂਸਰ 0 ਆ ਜਾਊਗਾ ਜਦੋਂ ਐਂਗਲ 90 ਡਿਗਰੀ ਹੈ। ਮਤਲਬ ਹੁਣ ਇੱਥੇ ਅਸੀਂ ਸਰਫੇਸ ਕਿਹੜੇ ਕਿਹੜੇ ਲਏ ਸੀ, 1 ਨੰਬਰ ਸਰਫੇਸ, 2 ਨੰਬਰ ਸਰਫੇਸ, ਆ ਸਾਡਾ ਸੀਗਾ 3 ਨੰਬਰ ਸਰਫੇਸ। ਤਾਂ 3 ਨੰਬਰ ਸਰਫੇਸ ਵਾਸਤੇ ਆਂਸਰ ਆ ਗਿਆ 0 ਇਲੈਕਟ੍ਰਿਕ ਫਲਕਸ। 3 ਨੰਬਰ ਸਰਫੇਸ ਤੇ ਕੋਈ ਇਲੈਕਟ੍ਰਿਕ ਫਲਕਸ ਨਹੀਂ ਆਊਗੀ। ਓਕੇ, ਕਲੀਅਰ ਗੱਲ, ਇੱਥੋਂ ਤੱਕ ਗੱਲ ਸਾਰਿਆਂ ਨੂੰ ਕਲੀਅਰ ਹੋ ਗਈ, ਬੋਲੋ। ਹੁਣ ਦੇਖੋ, ਹੁਣ ਇੱਥੇ ਆਪਾਂ ਆਹੀ ਗੱਲ ਲਿਖੀ ਹੈ, ਕੰਟਰੀਬਿਊਸ਼ਨ ਆਫ ਫਲਕਸ ਡਿਊ ਟੂ ਕਰਵਡ ਸਰਫੇਸ। ਕਰਵਡ ਸਰਫੇਸ ਮਤਲਬ ਜਿਹੜਾ ਸਾਈਡ ਵਾਲਾ ਸਰਫੇਸ ਹੈ, ਇਜ਼ 0। ਆ 0 ਲਿਖਿਆ ਹੋਇਆ, ਠੀਕ ਹੈ, 0 ZERO, ਬਿਕੋਜ਼ E is perpendicular to ds। ਇਸ ਕੇਸ ਵਿੱਚ E ਸਾਡਾ ਪਰਪੈਂਡੀਕੂਲਰ ਹੈ ds ਦੇ। ਮੈਂ ਦੁਬਾਰਾ ਦੱਸ ਦਿੰਦਾ ਤੁਹਾਨੂੰ, ਆ ਸਾਡਾ ਸੀਗਾ ਜਿਹੜਾ ਅਸੀਂ ਬਣਾਇਆ ਸਿਲੰਡਰ, ਠੀਕ ਹੈ। ਇਸ ਸਿਲੰਡਰ ਵਿੱਚ ਇੱਥੇ ਸਾਡਾ ਪੁਆਇੰਟ ਆਫ ਆਬਜ਼ਰਵੇਸ਼ਨ ਸੀਗਾ। ਜੇਕਰ ਅਸੀਂ ਇਸ 3 ਹੋ ਗਏ ਮੇਰੇ ਕੋਲ ਸਰਫੇਸ, ਇੱਕ ਇਹ ਵਾਲਾ ਸਰਫੇਸ ਹੋ ਗਿਆ, ਇੱਕ ਇਹ ਵਾਲਾ ਸਰਫੇਸ ਹੋ ਗਿਆ, ਤੇ ਇੱਕ ਮੇਰਾ ਸਰਫੇਸ ਆਹ ਵਾਲਾ ਹੋ ਗਿਆ ਸਾਰਾ, ਆਹ ਵਾਲਾ ਜਿਹੜਾ ਟੇਢਾ ਹੈ। ਆਹ ਵਾਲੇ ਸਰਫੇਸ ਦਾ ਏਰੀਆ ਵੈਕਟਰ ਇਹਦੇ ਤੋਂ 90 ਡਿਗਰੀ ਦੇ ਐਂਗਲ ਤੇ ਆਊਗਾ, ds। ਤੇ ਜਿਹੜੀ ਸ਼ੀਟ ਇੱਥੇ ਅਸੀਂ ਰੱਖੀ ਸੀ, ਇੱਥੇ ਮੈਂ ਇੱਕ ਸ਼ੀਟ ਵੀ ਰੱਖੀ ਸੀ ਚਾਰਜ ਦੀ, ਉਹਦੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਇੱਧਰਲੇ ਪਾਸੇ ਨੂੰ ਜਾਣੀ ਹੈ। ਤਾਂ ਇਸ ਕਰਕੇ ਇਹਨਾਂ ਦੋਨਾਂ ਵਿੱਚ ਐਂਗਲ 90 ਡਿਗਰੀ ਹੋ ਜਾਊਗਾ। ਕਿੰਦੇ ਕਿੰਦੇ ਵਿੱਚ, E ਵੈਕਟਰ ਵਿੱਚ ਤੇ ds ਵੈਕਟਰ 'ਚ। ਕਿਹੜੇ ਸਰਫੇਸ ਵਾਸਤੇ, ਇਸ ਸਰਫੇਸ ਵਾਸਤੇ, ਜਿਹੜਾ 3 ਨੰਬਰ ਸਰਫੇਸ ਆਪਾਂ ਜਿਹੜਾ ਲਿਖਿਆ, ਉਹ ਉਹਦਾ ਆਂਸਰ 0 ਆ ਜਾਊਗਾ, ਉਹਦੀ ਕੰਟਰੀਬਿਊਸ਼ਨ 0 ਆ ਜਾਊਗੀ। ਇੱਥੇ ਗੱਲ ਆਹ ਲਿਖੀ ਹੈ। ਤੇ ਆਹ ਦੋਨਾਂ ਨੂੰ ਆਪਾਂ, ਜਿਹੜਾ ਆਹ ਸਰਫੇਸ ਹੈ, ਜਿਹੜਾ 1 ਨੰਬਰ ਸਰਫੇਸ ਹੈ, ਤੇ ਜਿਹੜਾ 2 ਨੰਬਰ ਸਰਫੇਸ ਹੈ, ਉਹਨਾਂ ਦੇ ਵਿੱਚ ਕੀ ਕੇਸ ਹੈ, ਦੇਖੋ ਇਸ ਸਰਫੇਸ ਵਿੱਚ ਜਿਹੜਾ ds ਹੈ ਉਹ ਇੱਧਰਲੇ ਪਾਸੇ ਨੂੰ ਆਊਗਾ ਏਰੀਆ ਵੈਕਟਰ, ਕਿਉਂਕਿ ਇਹਦੇ ਤੋਂ ਆਪਾਂ ਪਰਪੈਂਡੀਕੂਲਰ ਡਰਾ ਕਰਨਾ, ਉਹ ਇੱਧਰਲੇ ਪਾਸੇ ਆਇਆ। ਤੇ ਸਾਡੀ E ਵੀ ਇੱਧਰਲੇ ਪਾਸੇ ਨੂੰ ਆਉਂਦੀ ਵੀ, ਕਿਉਂਕਿ ਆ ਸ਼ੀਟ ਸਾਡੀ ਇੱਥੇ ਪਈ ਹੈ, ਆਹ ਸ਼ੀਟ ਹੈ ਜਿਹੜੀ ਚਾਰਜ ਵਾਲੀ, ਠੀਕ ਹੈ। ਤੇ ਉਹਦੇ ਤੋਂ ਇਲੈਕਟ੍ਰਿਕ ਫੀਲਡ ਵੀ ਇੱਧਰਲੇ ਪਾਸੇ ਨੂੰ ਐ ਨੂੰ ਹੀ ਆਊਗੀ। ਇਹ ਦੋਨੋਂ ਚੀਜ਼ਾਂ ਕੀ ਆ ਜਾਣਗੀਆਂ, ਪੈਰਲਲ। ਤਾਂ ਇਹਨਾਂ ਵਿੱਚ ਐਂਗਲ ਕਿੰਨਾ ਹੋ ਜਾਊਗਾ, 0 ਡਿਗਰੀ। ਤੇ ਇਹ ਗੱਲਾਂ ਬੇਟਾ ਉਹੀ ਹੈ ਜਿਹੜੀਆਂ ਸਾਰੀਆਂ ਪਿਛਲੀ ਵਾਰੀ ਵੀ ਆਪਾਂ ਆਹੀ ਕੀਤੀਆਂ ਸੀ, ਉਦੋਂ ਪਿਛਲੀ ਵਾਰੀ ਵੀ ਆਹੀ ਕੀਤੀਆਂ ਸੀ। ਜੇ ਐਂਗਲ 0, ਫਿਰ E ਵੈਕਟਰ ਡੋਟ ds ਦਾ ਆਂਸਰ ਕੀ ਆ ਜਾਊਗਾ, E ds ਕੱਲਾ। ਕਿਉਂਕਿ ਤੁਸੀਂ ਲਾਓਗੇ E ds cos ਥੀਟਾ, cos ਥੀਟਾ ਦੀ ਥਾਂ ਤੇ ਤੁਸੀਂ ਕਿੰਨਾ ਭਰੋਗੇ, cos 0, cos 0 ਦਾ ਆਂਸਰ 1, ਤੇ ਤੁਹਾਡੇ ਕੋਲ ਕੀ ਆ ਜਾਊਗਾ, E ds ਆ ਜਾਊਗਾ। ਸਮਝ ਗਏ।
ਐਵੇਂ ਸੇਮ ਚੀਜ਼ ਆ 2 ਨੰਬਰ ਸਰਫੇਸ ਵਾਸਤੇ ਵੀ ਹੋਊਗਾ। 2 ਨੰਬਰ ਸਰਫੇਸ ਵੀ ਉਵੇਂ ਹੀ ਹੈ। ਇਹਦੇ ਚੋਂ ਵੀ ਇਲੈਕਟ੍ਰਿਕ ਫੀਲਡ ਦੇਖੋ ਹੁਣ ਇੱਧਰ ਨੂੰ ਜਾਊਗੀ ਇਲੈਕਟ੍ਰਿਕ ਫੀਲਡ, ਤੇ ਜਿਹੜਾ ਇੱਥੇ ਡੀਐਸ ਹੈ ਇਹਦੇ ਤੇ ਉਹ ਵੀ ਪਰਪੈਂਡੀਕੂਲਰ ਇੱਧਰਲੇ ਪਾਸੇ ਆਊਗਾ ਡੀਐਸ ਵੀ। ਇਹ ਦੋਨੋਂ ਸੇਮ ਡਾਇਰੈਕਸ਼ਨ 'ਚ ਹੈ, ਦੋਨਾਂ ਵਿੱਚ ਐਂਗਲ ਕਿੰਨਾ 0 ਡਿਗਰੀ, ਤੇ ਐਂਗਲ 0 ਡਿਗਰੀ ਹੋਊਗਾ ਤਾਂ ਫਿਰ ਇਹਦਾ ਆਂਸਰ ਵੀ ਕਿੰਨਾ ਹੋਊਗਾ ਈ ਡੀ ਐਸ ਆਂਸਰ ਆ ਜਾਊਗਾ। ਇਸ ਕਰਕੇ ਆਪਾਂ ਈ ਡੀ ਐਸ ਤੇ ਈ ਡੀ ਐਸ ਦੋ ਵਾਰੀ ਲਾਇਆ ਹੈ। ਤਿੰਨ ਸਰਫੇਸ ਸੀਗੇ, ਆਪਾਂ ਨੂੰ ਲਾਣਾ ਤੀਜਾ ਵੀ ਪੈਣਾ ਸੀਗਾ, ਪਰ ਤੀਜੇ ਦਾ ਆਂਸਰ ਕੀ ਹੈ 0, ਇਸ ਲਈ ਮੈਂ ਉਹ ਇੱਥੇ ਲਿਖ ਦਿੰਦਾ। ਮਤਲਬ ਹੁਣ ਇਹ ਤਿੰਨੋਂ ਦੀ ਟੋਟਲ ਇਲੈਕਟ੍ਰਿਕ ਫਲਕਸ ਆਪਾਂ ਲਿਖਤੀ ਤਿੰਨੋਂ ਸਰਫੇਸ ਦੀ। ਆਹ ਸਰਫੇਸ ਸਾਡਾ ਟੇਢੇ ਵਾਲਾ ਹੈ ਜਿੰਨਾ ਕਰਵਡ ਸਰਫੇਸ, ਜਿੰਨਾ ਆਂਸਰ 0 ਹੈ। ਦੂਜੇ ਦੋਨਾਂ ਦਾ ਆਂਸਰ ਈ ਡੀ ਐਸ ਆਊਗਾ। ਤੇ ਇਹ ਸਾਰੀ ਟੋਟਲ ਇਲੈਕਟ੍ਰਿਕ ਫਲਕਸ ਕਿੰਦੇ ਬਰਾਬਰ ਹੁੰਦੀ ਹੈ, ਕਿਊ ਬਾਈ ਐਪਸਾਈਲਨ ਨੋਟ ਦੇ ਬਰਾਬਰ ਹੁੰਦੀ ਹੈ। ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਇਹ ਚੀਜ਼ ਤਾਂ, ਠੀਕ ਹੈ। ਆਹ ਚੀਜ਼ ਹੈ ਨਾ, ਆਹ ਵਾਲੀ ਚੀਜ਼ ਗੋਸ ਥਿਓਰਮ ਸਾਨੂੰ ਆਹ ਦੱਸਦਾ ਨਾ ਵੀ ਜਿਹੜਾ ਇਲੈਕਟ੍ਰਿਕ ਫਲਕਸ ਹੈ ਉਹ ਈ ਡੀ ਐਸ ਇੰਟੈਗਰਲ ਦੇ ਬਰਾਬਰ ਹੁੰਦਾ ਹੈ ਡੋਟ ਪ੍ਰੋਡਕਟ ਦੇ, ਔਰ ਉਹ ਸਾਡਾ ਕਿਊ ਬਾਈ ਐਪਸਾਈਲਨ ਨੋਟ ਦੇ ਇਕੁਅਲ ਹੁੰਦਾ ਹੈ। ਇਸ ਲਈ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਦਾ ਆਂਸਰ ਆਪਣੇ ਕੋਲ ਕਿਊ ਬਾਈ ਐਪਸਾਈਲਨ, ਆਹ ਤਿੰਨੋਂ ਚੀਜ਼ਾਂ ਅਸੀਂ ਕੀ ਕੱਢੀਆਂ, ਆਹ ਤਿੰਨੋਂ ਚੀਜ਼ਾਂ ਕੀ ਕੱਢੀਆਂ, ਇਲੈਕਟ੍ਰਿਕ ਫਲਕਸ ਕੱਢੀ ਹੈ। ਅਸੀਂ ਇਲੈਕਟ੍ਰਿਕ ਫਲਕਸ ਕੱਢੀ ਹੈ ਬੇਟਾ, ਠੀਕ ਹੈ। ਇਲੈਕਟ੍ਰਿਕ ਫਲਕਸ ਔਨ ਆਲ ਦਾ 3 ਸਰਫੇਸ, ਤਿੰਨੋਂ ਸਰਫੇਸ ਦੇ ਉੱਪਰ। ਆ ਤੀਜਾ ਸਰਫੇਸ ਸੀਗਾ, ਪਹਿਲਾ ਸੀਗਾ, ਦੂਜਾ ਸੀਗਾ। ਤਾਂ ਇਹਦਾ ਮਤਲਬ ਈ ਡੀ ਐਸ ਕਿੰਨਾ ਹੋ ਜਾਊਗਾ 2 ਈ ਡੀ ਐਸ ਹੋ ਜਾਊਗਾ, ਠੀਕ ਹੈ। ਈ ਡੀ ਐਸ ਤੇ ਈ ਡੀ ਐਸ ਦੋਨਾਂ ਦਾ ਜੋੜ ਕਰਤਾ, ਦੋ ਬਣ ਗਏ ਨਾ, 2 ਈ ਡੀ ਐਸ ਬਣ ਗਏ। ਇੱਧਰ ਸਾਡੇ ਕੋਲ ਸੀਗਾ ਕਿਊ ਬਾਈ ਐਪਸਾਈਲਨ ਨੋਟ। ਹੁਣ ਇੱਕ ਚੀਜ਼ ਹੋਰ ਹੈ ਇਹਦੇ ਚ, ਜਿਹੜਾ ਸਾਡਾ ਸਰਫੇਸ ਹੈ ਮੰਨ ਲਓ ਇਦਾਂ ਦਾ ਸਰਫੇਸ ਹੈ, ਇਸ ਸਰਫੇਸ ਦੀ ਲੈਂਥ ਹੋਊਗੀ, ਬ੍ਰੈਡਥ ਹੋਊਗੀ, ਤਾਂ ਇਹਦਾ ਏਰੀਆ ਹੋਊਗਾ। ਏਰੀਆ ਕਿੰਨਾ ਇੱਥੇ, ਮੰਨ ਲਓ ਆਪਾਂ ਇਹਦਾ ਏਰੀਆ ਸਪੋਜ਼ ਕਰੋ, ਏਰੀਆ ਆਪਾਂ ਡੀ ਐਸ ਲੈਂਦੇ ਹਾਂ, ਮੰਨ ਲਓ ਏਰੀਆ ਐਸ ਹੈਗਾ, ਠੀਕ ਹੈ। ਤੇ ਇਸ ਪੂਰੇ ਦੇ ਉੱਪਰ, ਪੂਰੇ ਸਰਫੇਸ ਦੇ ਉੱਪਰ ਸਾਡਾ ਚਾਰਜ ਹੈ, ਪੋਜ਼ਿਟਿਵ ਚਾਰਜ ਅਸੀਂ ਸ਼ੋ ਕੀਤਾ ਸੀ ਵੀ ਇਸ ਪੂਰੇ ਸਰਫੇਸ ਦੇ ਉੱਪਰ ਪੋਜ਼ਿਟਿਵ ਚਾਰਜ ਹੈ। ਪੂਰਾ ਚਾਰਜ ਕਿੰਨਾ ਹੈ, ਕਿਊ ਚਾਰਜ ਹੈ ਪੂਰੇ ਸਰਫੇਸ ਦੇ ਉੱਪਰ। ਤਾਂ ਇੱਥੇ ਅਸੀਂ ਇੱਕ ਕੈਲਕੂਲੇਟ ਕਰਦੇ ਹਾਂ, ਸਰਫੇਸ ਚਾਰਜ ਡੈਂਸਿਟੀ। ਇੱਕ ਅਸੀਂ ਕੀ ਲੈਂਦੇ ਹਾਂ, ਸਰਫੇਸ ਚਾਰਜ ਡੈਂਸਿਟੀ, ਜਿਹਨੂੰ ਅਸੀਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਸਿਗਮਾ ਨਾਲ। ਸਿਗਮਾ ਏਦਾਂ ਬਣਾਉਣਾ ਹੈ, ਠੀਕ ਹੈ, ਏਦਾਂ ਜੇ ਸਿਗਮਾ ਇਜ਼ ਇਕੁਅਲ ਟੂ, ਹੁਣ ਸਰਫੇਸ ਚਾਰਜ ਡੈਂਸਿਟੀ ਕਿੰਦੇ ਬਰਾਬਰ ਹੋ ਜਾਊਗੀ, ਕਿੰਨਾ ਚਾਰਜ ਸੀਗਾ ਡਿਵਾਈਡ ਬਾਈ ਕਿੰਨਾ ਸਰਫੇਸ ਏਰੀਆ ਸੀਗਾ। ਮੰਨ ਲਓ ਪੂਰਾ ਐਸ ਸਰਫੇਸ ਅਸੀਂ ਲਈਏ, ਉਹਦੇ ਤੇ ਕਿਊ ਚਾਰਜ ਹੋਵੇ, ਤਾਂ ਫਿਰ ਉਹ ਸਿਗਮਾ ਸਾਡਾ ਕਿਊ ਬਾਈ ਐਸ ਦੇ ਇਕੁਅਲ ਹੋ ਜਾਊਗਾ। ਪਰ ਇੱਥੇ ਜਿਹੜਾ ਆਪਾਂ ਸਰਫੇਸ ਲੈਣੇ ਪਏ ਆ, ਕਿੰਨਾ ਸਰਫੇਸ ਲਿਆ ਸੀ ਅਸੀਂ, ਡੀ ਐਸ ਲਿਆ ਸੀ, ਇਸ ਲਈ ਕਿਊ ਬਾਈ ਡੀ ਐਸ। ਤਾਂ ਕਿਊ ਸਾਡਾ ਕਿੰਦੇ ਬਰਾਬਰ ਆ ਜਾਊਗਾ, ਡੀ ਐਸ ਨੂੰ ਅਸੀਂ ਉੱਧਰ ਜਾ ਕੇ ਮਲਟੀਪਲਾਈ ਕਰ ਦਿਆਂਗੇ, ਤਾਂ ਕਿਊ ਸਾਡਾ ਕਿੰਦੇ ਬਰਾਬਰ ਆ ਜਾਊਗਾ, ਕਿਊ ਵਿਲ ਬੀ ਇਕੁਅਲ ਟੂ sigma into ds। समझ गए, where sigma is surface charge density and ds is your area, जिन्ने ਏਰੀਆ ਦੀ ਆਪਾਂ ਗੱਲ ਕਰਦੇ ਪਏ ਹਾਂ। ਕਲੀਅਰ ਹੋ ਗਿਆ। ਤਾਂ ਹੁਣ ਜਿੱਥੇ ਕਿਊ ਸੀਗਾ ਸਾਡੇ ਕੋਲ, ਕਿਊ ਬਾਈ ਐਪਸਾਈਲਨ ਨੋਟ, ਤੇ ਕਿਊ ਦੀ ਜਗ੍ਹਾ ਤੇ ਅਸੀਂ ਕੀ ਲਿਖ ਸਕਦੇ ਹਾਂ, ਸਿਗਮਾ ਇਨਟੂ ds। ਤਾਂ ਅਸੀਂ ਉੱਪਰ ਕੀ ਲਿਖਤਾ, ਸਿਗਮਾ ਇਨਟੂ ds ਡਿਵਾਈਡ ਬਾਈ ਐਪਸਾਈਲਨ ਨੋਟ। ਕਲੀਅਰ ਹੋ ਗਿਆ। ਐਸ ਇਕੁਏਸ਼ਨ ਤੋਂ ਅਸੀਂ ਆ ਚੀਜ਼ ਕਿਵੇਂ ਬਣਾਤੀ, ਹਾਂਜੀ ਪਤਾ ਲੱਗ ਗਿਆ। ਓਕੇ ਗੁੱਡ ਹੈ, ਜੇ ਇੰਨਾ ਤੁਸੀਂ ਸਮਝ ਜਾਂਦੇ ਹੋ ਨਾ ਤੇ ਤੁਸੀਂ ਬੜੇ ਹੁਸ਼ਿਆਰ ਹੋ ਨਾ ਮਤਲਬ। ਤਾਂ 2 ਆ ਈ ਡੀ ਐਸ ਤੇ ਆ ਈ ਡੀ ਐਸ ਕਿੰਨਾ ਬਣ ਗਿਆ, 2 ਈ ਡੀ ਐਸ ਬਣ ਗਿਆ, ਇਜ਼ ਇਕੁਅਲ ਟੂ ਸਿਗਮਾ ਡੀ ਐਸ ਬਾਈ ਐਪਸਾਈਲਨ। ਆਪਣਾ ਮਾਈਕ ਆਫ ਕਰਿਓ, ਕਿੰਨਾ ਹੋਣਗੇ। ਤਾਂ ਕਿਊ ਦੀ ਜਗ੍ਹਾ ਤੇ ਸਿਗਮਾ ਡੀ ਐਸ, ਥੱਲੇ ਐਪਸਾਈਲਨ ਨੋਟ ਉਵੇਂ ਦੀ ਉਵੇਂ। ਆ ਡੀ ਐਸ ਦੇਖੋ ਇੱਧਰ ਵੀ ਇੱਕ ਪਿਆ, ਇੱਕ ਡੀ ਐਸ ਇੱਧਰ ਪਿਆ, ਕੈਂਸਲ ਹੋ ਜਾਣਗੇ। ਕੀ ਰਹਿ ਗਿਆ 2e, ਕਿੰਦੇ ਬਰਾਬਰ ਰਹਿ ਗਿਆ, ਸਿਗਮਾ ਬਾਈ ਐਪਸਾਈਲਨ ਨੋਟ ਦੇ। ਤੁਸੀਂ ਇਕੱਲਾ E ਕੱਢਣਾ ਸੀ, ਆਪਾਂ ਕੱਢਣਾ ਕੀ ਸੀਗਾ, ਆਪਣਾ ਆਰਟੀਕਲ ਕੀ ਸੀਗਾ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਆਪਾਂ ਕੱਢਣੀ ਸੀ ਜਿਹੜੀ E ਹੁੰਦੀ ਹੈ। ਇਸ ਕਰਕੇ E ਦੀ ਵੈਲਿਊ ਕਿੰਨੀ ਆ ਜਾਊਗੀ, E ਵਿਲ ਬੀ ਇਕੁਅਲ ਟੂ ਸਿਗਮਾ ਬਾਈ 2 ਐਪਸਾਈਲਨ ਨੋਟ। ਦਿਸ ਇਜ਼ ਯੋਰ ਟੋਟਲ ਇਲੈਕਟ੍ਰਿਕ ਫੀਲਡ ਐਟ ਦੈਟ ਪੁਆਇੰਟ। ਕਿਹੜੇ ਪੁਆਇੰਟ ਤੇ, ਇਸ ਪੁਆਇੰਟ ਤੇ ਅਸੀਂ ਇਲੈਕਟ੍ਰਿਕ ਫੀਲਡ ਕੱਢਤੀ। ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੰਨੀ ਆ ਗਈ, ਸਿਗਮਾ ਬਾਈ 2 ਐਪਸਾਈਲਨ ਨੋਟ। ਵੇਅਰ ਸਿਗਮਾ ਕੀ ਚੀਜ਼ ਹੈ, ਸਿਗਮਾ ਸਾਡੇ ਕੋਲ ਕੀ ਹੈ, ਸਾਨੂੰ ਦੱਸਣਾ ਪਊ ਸਿਗਮਾ ਕੀ ਚੀਜ਼ ਹੈ, ਆ ਚੀਜ਼ ਹੈ ਕੀ ਹੈ ਇਹ, ਸਰਫੇਸ ਚਾਰਜ ਡੈਂਸਿਟੀ। ਠੀਕ ਹੈ, ਇਹ ਅਸਲ ਚ ਕੀ ਹੁੰਦਾ ਹੈ,
ਸਿਗਮਾ ਸਿਗਮਾ ਨੂੰ ਅਸੀਂ ਕੀ ਲਿਖਦੇ ਆ, ਕਿਊ ਬਾਏ ਜਿੰਨਾ ਸਰਫੇਸ ਸੀਗਾ, ਸਰਫੇਸ ਐਸ ਕੇਸ ਚ ਸਾਡਾ ਕਿੰਨਾ ਸੀ, ds, ਤਾਂ ਕਿਊ ਬਾਈ ds ਇਜ਼ ਇਕੁਅਲ ਟੂ ਸਿਗਮਾ। ਤਾਂ ਸਾਨੂੰ ਬੇਟਾ ਕੀ ਹੈ, ਜਿਹੜਾ ਵੀ ਸਾਨੂੰ ਸਰਫੇਸ ਦਿੱਤਾ ਹੋਏਗਾ ਵਾਲਾ ਹਨਾ, ਜਿਹੜੇ ਸਰਫੇਸ ਦੀ ਅਸੀਂ ਗੱਲ ਕਰਦੇ ਪਏ ਆ, ਇਹਦੇ ਤੇ ਕੁਝ ਚਾਰਜ ਸੀਗਾ, ਆ ਚਾਰਜ ਸੀਗਾ ਇਸ ਸਰਫੇਸ ਦੇ ਉੱਤੇ। ਜਦੋਂ ਇਹ ਤੇ ਚਾਰਜ ਹੋਊਗਾ ਤਾਂ ਅਸੀਂ ਉਹਦੇ ਤੋਂ ਸਿਗਮਾ ਕੈਲਕੂਲੇਟ ਕਰ ਸਕਦੇ ਹਾਂ, ਸਿਗਮਾ ਕਿੰਨਾ ਹੈ। ਸਰਫੇਸ ਚਾਰਜ ਡੈਂਸਿਟੀ ਸਾਨੂੰ ਪਤਾ ਹੋਊਗੀ ਵੀ ਅਸੀਂ ਟੋਟਲ ਚਾਰਜ ਇੰਨਾ ਹੈ, ਏਰੀਆ ਇੰਨਾ ਹੈ, ਤਾਂ ਸਰਫੇਸ ਚਾਰਜ ਡੈਂਸਿਟੀ ਅਸੀਂ ਕੈਲਕੂਲੇਟ ਕਰ ਲਾਂਗੇ। ਸਾਡੇ ਕੋਲ ਸਿੰਪਲ ਫਾਰਮੂਲਾ ਹੈ, ਦਿਸ ਇਜ਼ ਦਾ ਫਾਰਮੂਲਾ ਕਿ ਸਿਗਮਾ ਇਜ਼ ਇਕੁਅਲ ਟੂ ਕਿਊ ਬਾਏ ਡੀਐਸ। ਠੀਕ ਹੈ, ਤੁਸੀਂ ਆਹ ਫਾਰਮੂਲਾ ਲਗਾ ਦੋਗੇ, ਕਿਊ ਦੀ ਵੈਲਿਊ ਤੇ ਡੀਐਸ ਦੀ ਵੈਲਿਊ ਪੁੱਟ ਅਪ ਕਰ ਦੋਗੇ ਏਰੀਆ ਦੀ, ਤਾਂ ਤੁਹਾਡੇ ਕੋਲ ਜਿਹੜਾ ਸਿਗਮਾ ਆ ਜਾਊਗਾ। ਤਾਂ ਹੁਣ ਜਦੋਂ ਅਸੀਂ ਇਲੈਕਟ੍ਰਿਕ ਫੀਲਡ ਕੱਢਣੀ ਹੋਊਗੀ ਇਸ ਪੁਆਇੰਟ ਤੇ, ਤਾਂ ਅਸੀਂ ਕੀ ਵੈਲਿਊ ਪੁੱਟ ਅਪ ਕਰਾਂਗੇ, ਸਿਗਮਾ ਦੀ ਵੈਲਿਊ ਪੁੱਟ ਅਪ ਕਰ ਦਿਆਂਗੇ 2 ਐਪਸਾਈਲਨ ਨੋਟ। ਐਪਸਾਈਲਨ ਨੋਟ ਸਾਨੂੰ ਪਤਾ ਹੈ ਇਹਦਾ ਕਾਂਸਟੈਂਟ ਵੈਲਿਊ ਹੀ ਹੈ, ਇਹ ਤਾਂ ਸਾਨੂੰ ਪਤਾ ਹੀ ਹੈ ਵੀ ਅਸੀਂ ਇਹਦੀ ਵੈਲਿਊ ਸਿੱਧੀ ਚੱਕ ਕੇ ਪੁੱਟ ਅਪ ਕਰ ਲਾਂਗੇ, ਬਸ E ਆ ਜਾਊਗਾ। ਹੁਣ ਦੇਖੋ ਇਲੈਕਟ੍ਰਿਕ ਫੀਲਡ, ਇਸ ਕੇਸ ਵਿੱਚ ਇਲੈਕਟ੍ਰਿਕ ਫੀਲਡ ਡਸ ਨੋਟ ਡਿਪੈਂਡ ਅਪਨ ਡਿਸਟੈਂਸ, ਵੀ ਸਾਡਾ ਡਿਸਟੈਂਸ ਕਿੰਨਾ ਸੀਗਾ, ਵੀ ਸਾਡੇ ਕੋਲ ਆ ਕੁਝ ਨਹੀਂ ਸਾਨੂੰ ਪਤਾ ਵੀ ਆ ਡਿਸਟੈਂਸ ਕਿੰਨਾ ਸੀ, ਵੀ ਸਾਡੀ ਸ਼ੀਟ ਤੋਂ ਸਾਡਾ ਪੁਆਇੰਟ ਕਿੰਨੇ ਡਿਸਟੈਂਸ ਤੇ, ਕਿੰਨੇ ਵੀ ਡਿਸਟੈਂਸ ਤੇ ਹੋਵੇ, ਚਾਹੇ ਉਹ ਨੇੜੇ ਹੋਵੇ, ਚਾਹੇ ਪੁਆਇੰਟ ਆਪਾਂ ਇੱਥੇ ਲੈ ਲੈਂਦੇ, ਚਾਹੇ ਪੁਆਇੰਟ ਇੱਥੇ ਲੈ ਲਿਆ, ਚਾਹੇ ਤੁਸੀਂ ਇੱਥੇ ਲਿਆ ਹੋਇਆ, ਚਾਹੇ ਇੱਥੇ ਲੈ ਲਓ, ਚਾਹੇ ਇਸ ਤੋਂ ਵੀ ਦੂਰ ਲੈ ਲਓ, ਉਹ ਸਾਰੀਆਂ ਥਾਵਾਂ ਤੇ ਇਲੈਕਟ੍ਰਿਕ ਫੀਲਡ ਇੰਨੀ ਆਊਗੀ ਦੇਖੋ, ਕਿਉਂਕਿ ਆਰ ਕਿਤੇ ਆਂਦਾ ਹੀ ਨਹੀਂ ਪਿਆ, ਡਿਸਟੈਂਸ ਆਪਾਂ ਆਰ ਨਾਲ ਲੈਂਦੇ ਨੇ ਆਮ ਤੌਰ ਤੇ, ਇੱਥੇ ਐਸ ਫਾਰਮੂਲਾ 'ਚ ਕਿਤੇ ਵੀ ਆਰ ਨਹੀਂ ਹੈਗਾ। ਠੀਕ ਹੈ, ਦੇਅਰਫੋਰ ਫੋਰ ਥਿਨ, ਆ ਦੇਖੋ ਆ ਗੱਲ ਲਿਖੀ ਹੈ ਆਪਾਂ, ਫੋਰ ਥਿਨ ਪਲੇਨ ਇਨਫਾਈਨਾਈਟ ਸ਼ੀਟ ਆਫ ਚਾਰਜ E ਇਜ਼ ਇੰਡੀਪੈਂਡੈਂਟ ਆਫ R। E ਸਾਡਾ R ਤੇ ਇੰਡੀਪੈਂਡੈਂਟ ਮਤਲਬ ਉਹਦੇ ਤੇ ਡਿਪੈਂਡ ਨਹੀਂ ਕਰਦਾ R ਦੇ ਉੱਤੇ, R ਜਿੰਨਾ ਮਰਜ਼ੀ ਅਸੀਂ ਡਿਸਟੈਂਸ ਤੇ ਲੈ ਲਈਏ, E ਦੀ ਵੈਲਿਊ ਓਨੀ ਹੀ ਰਹੂਗੀ ਸੇਮ, ਕਿੰਨੀ ਰਹੂਗੀ, ਆ ਵੈਲਿਊ ਸਿਗਮਾ ਬਾਈ 2 ਐਪਸਾਈਲਨ ਨੋਟ। ਤੁਸੀਂ ਐਪਸਾਈਲਨ ਨੋਟ ਦੀ ਵੈਲਿਊ ਪੁੱਟ ਅਪ ਕਰ ਦਿਓਗੇ, ਸਿਗਮਾ ਦੀ ਵੈਲਿਊ ਤੁਹਾਨੂੰ ਪਤਾ ਚੱਲ ਜੂਗੀ ਵੀ ਜਿਹੜੀ ਸ਼ੀਟ ਅਸੀਂ ਲਈ ਹੈ ਉਹ ਸ਼ੀਟ ਦੇ ਉੱਤੇ ਕਿੰਨਾ ਚਾਰਜ ਸੀ, ਹੁੰਦਾ ਏਰੀਆ ਕਿੰਨਾ ਸੀ, ਚਾਰਜ ਨੂੰ ਏਰੀਆ ਨਾਲ ਡਿਵਾਈਡ ਕਰ ਦਾਂਗੇ, ਉਹ ਸਿਗਮਾ ਆ ਜਾਊਗਾ ਬਸ। ਤਾਂ ਕਿੰਨੇ ਵੀ ਡਿਸਟੈਂਸ ਤੇ ਸਾਡਾ ਪੁਆਇੰਟ ਹੋਵੇ ਉੱਥੇ ਇਲੈਕਟ੍ਰਿਕ ਫੀਲਡ ਓਨੀ ਹੀ ਲੱਗੂਗੀ। ਕਲੀਅਰ ਹੈ ਗੱਲ, ਹੁਣ ਦੱਸੋ। ਸਿੰਪਲ ਜਿਹਾ ਆਰਟੀਕਲ ਹੈ, ਸਿੰਪਲ ਜਿਹਾ ਆਰਟੀਕਲ ਹੈ ਬੇਟਾ। ਆ ਈ ਪੁਆਇੰਟ, ਆ ਤੁਹਾਡਾ ਪੁਆਇੰਟ ਸੀਗਾ, ਮੰਨ ਲਓ ਪੀ ਪੁਆਇੰਟ ਆਪਾਂ ਲਿਆ, ਐਸ ਪੀ ਪੁਆਇੰਟ ਦੇ ਉੱਪਰ ਆਪਾਂ ਕੀ ਫਾਈਂਡ ਕਰਦੇ ਪਏ ਸੀ, ਇਲੈਕਟ੍ਰਿਕ ਫੀਲਡ ਇੰਟੈਂਸਿਟੀ, ਮਤਲਬ ਈ ਦੀ ਵੈਲਿਊ ਕਿੰਨੀ ਹੈ ਇਸ ਪੁਆਇੰਟ ਦੇ ਉੱਤੇ। ਹੁਣ ਇਹ ਪੁਆਇੰਟ ਇਹਦਾ ਮੰਨ ਲਓ ਚਾਹੇ ਇੱਥੇ ਲੈ ਲਓ, ਚਾਹੇ ਤੁਸੀਂ ਇਸ ਪੁਆਇੰਟ ਤੇ ਲੈ ਲਓ, ਚਾਹੇ ਇੱਥੇ ਲੈ ਲਓ, ਚਾਹੇ ਇੱਥੇ ਲੈ ਲਓ, ਚਾਹੇ ਇੱਥੇ ਲੈ ਲਓ, ਚਾਹੇ ਇੱਥੇ ਲੈ ਲਓ, ਤਾਂ ਇਸ ਸ਼ੀਟ ਤੋਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਇਸ ਜਗ੍ਹਾ ਤੇ ਵੀ ਉਨੀ ਹੋਊਗੀ, 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 ਔਰ ਉਹ ਵੈਲਿਊ ਕਿੰਨੀ ਹੋਊਗੀ ਉਹ ਆਪਾਂ ਕਿਵੇਂ ਕੱਢਾਂਗੇ, ਉਹ ਕਿਹਦੇ ਤੇ ਡਿਪੈਂਡ ਕਰੂਗੀ, ਉਹ ਡਿਪੈਂਡ ਇਸ ਗੱਲ ਤੇ ਕਰੂਗੀ ਵੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ E ਇਜ਼ ਇਕੁਅਲ ਟੂ electric field intensity E will be equal to sigma by 2 epsilon naught। ਬਸ ਆ ਚੀਜ਼ ਆ ਜੂਗੀ ਤੁਹਾਡੀ, ਸਿਗਮਾ ਤੁਹਾਡਾ ਕੀ ਹੋ ਜਾਊਗਾ, ਚਾਰਜ ਡੈਂਸਿਟੀ। ਹੁਣ ਚਾਰਜ ਡੈਂਸਿਟੀ ਜੇ ਜ਼ਿਆਦਾ ਹੋਊਗੀ, ਜੇ ਚਾਰਜ ਦੀ ਮਾਤਰਾ ਜ਼ਿਆਦਾ ਹੋਊਗੀ, ਏਰੀਆ ਘੱਟ ਹੋਊਗਾ, ਤਾਂ ਚਾਰਜ ਡੈਂਸਿਟੀ ਸਾਡੀ ਜ਼ਿਆਦਾ ਹੋਊਗੀ, ਕਿਉਂਕਿ ਚਾਰਜ ਡੈਂਸਿਟੀ ਸਾਡਾ ਸਿਗਮਾ ਕਿੰਦੇ ਬਰਾਬਰ ਸੀਗਾ, ਉਹ ਸੀਗਾ ਕਿਊ ਬਾਏ ਏਰੀਆ। ਏਰੀਆ ਕਿੰਨਾ ਸੀ, ਮੰਨ ਲਓ ਐਸ, ਜੇ ਐਸ ਘੱਟ ਤਾਂ ਸਿਗਮਾ ਜਿਹੜਾ ਸਰਫੇਸ ਚਾਰਜ ਡੈਂਸਿਟੀ ਜ਼ਿਆਦਾ, ਜਾਂ ਫਿਰ ਜੇ ਕਿਊ ਜ਼ਿਆਦਾ ਤਾਂ ਫਿਰ ਜਿਹੜਾ ਸਿਗਮਾ ਦੀ ਵੈਲਿਊ ਜ਼ਿਆਦਾ। ਠੀਕ ਹੈ, ਹੁਣ ਮੰਨ ਲਓ ਸਾਨੂੰ ਕਿਹਾ ਜਾਵੇ ਵੀ ਅਸੀਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਵਧਾਉਣਾ ਚਾਹੁੰਦੇ ਹਾਂ, ਇਸ ਪੁਆਇੰਟ ਤੇ ਵੀ ਜ਼ਿਆਦਾ ਹੋਵੇ, ਇਸ ਪੁਆਇੰਟ ਤੇ ਜ਼ਿਆਦਾ ਆਵੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ, ਤਾਂ ਉਹ ਕਿਵੇਂ ਵਧੂਗੀ। ਹੁਣ ਵਧਾਉਣ ਦਾ ਕੀ ਤਰੀਕਾ, ਐਪਸਾਈਲਨ ਨੋਟ ਤਾਂ ਕਾਂਸਟੈਂਟ ਹੈ, ਤਾਂ ਵੱਧ ਨਹੀਂ ਸਕਦਾ, ਸਿਗਮਾ ਨੂੰ ਅਸੀਂ ਵਧਾ ਸਕਦੇ ਹਾਂ। ਸਿਗਮਾ ਵਧਾਉਣ ਦਾ ਮਤਲਬ ਕੀ ਹੈ, ਜਾਂ ਤਾਂ ਤੁਸੀਂ ਏਰੀਆ ਘੱਟ ਕਰੋ, ਇਹਦੀ ਸ਼ੀਟ ਦਾ ਏਰੀਆ ਘਟਾ ਦਿਓ, ਜਾਂ ਫਿਰ ਚਾਰਜ ਵਧਾ ਦਿਓ। ਠੀਕ ਹੈ, ਫਿਰ ਸਾਡਾ ਸਿਗਮਾ ਵੱਧ ਜੂਗਾ, ਸਿਗਮਾ ਵੱਧ ਜੂਗਾ ਤਾਂ ਆਟੋਮੈਟਿਕਲੀ E ਦੀ ਵੈਲਿਊ ਵੱਧ ਹੋ ਜੂਗੀ। ਠੀਕ ਹੈ, ਤੇ ਡਿਸਟੈਂਸ ਦੇ ਉੱਤੇ ਡਿਪੈਂਡ ਨਹੀਂ ਕਰਦੀ, ਡਿਸਟੈਂਸ ਤੋਂ ਇੰਡੀਪੈਂਡੈਂਟ ਹੈ। ਹਾਂਜੀ, ਹੁਣ ਦੱਸੋ ਕਿਸੇ ਨੂੰ ਇਹਦੇ ਬਾਰੇ 'ਚ ਕੋਈ ਡਾਊਟ ਹੈ, ਕੋਈ ਗੱਲ ਨਹੀਂ ਪਤਾ ਚੱਲੀ ਤਾਂ ਦੁਬਾਰਾ ਦੇਖ ਲਓ 1 ਮਿੰਟ ਲਈ ਇਹਨੂੰ, ਇੱਕ ਵਾਰੀ ਸਭ ਨੂੰ ਕਲੀਅਰ ਹੈ। ਠੀਕ ਹੈ, ਇੱਕ ਆਰਟੀਕਲ ਇਹਦੇ ਨਾਲ ਦਾ ਹੀ ਹੋਰ ਹੈਗਾ, ਇੰਨਾ ਬਹੁਤ ਹੈ ਅੱਜ ਕੀ ਹੋਰ ਕਰਨਾ ਹੈ ਕੰਮ, ਇੰਨਾ ਹੀ ਕਰੋ ਅੱਜ, ਹਨਾ।
ਫਿਰ ਐਵੇਂ ਜ਼ਿਆਦਾ ਵੀ ਹੋ ਜਾਊਗਾ ਤਾਂ ਉਹ ਵੀ ਆਪਾਂ ਨੂੰ ਫਿਰ ਐਵੇਂ ਉੱਤੋਂ ਟੱਪ ਜਾਂਦਾ, ਸਮਝ ਨਹੀਂ ਆਉਂਦਾ। ਇਹ ਟੌਪਿਕ ਅੱਛੀ ਤਰ੍ਹਾਂ ਕਾਪੀਜ਼ ਦੇ ਉੱਤੇ ਲਿਖੋ। ਇਹ ਨੋਟਸ ਤੁਹਾਨੂੰ ਪਾਏ ਹੋਏ ਆ, ਠੀਕ ਹੈ, ਜਿਹੜੇ ਨੋਟਸ ਮੈਂ ਭੇਜੇ ਸੀ ਨਾ ਤੁਹਾਡੀ ਐਪ ਦੇ ਉੱਪਰ। ਇੱਕ ਮੈਨੂੰ ਨਾ ਵਾਰੀ-ਵਾਰੀ ਕਈ ਜਣੇ ਪੁੱਛਦੇ ਹੁੰਦੇ, ਦੇਖੋ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਹੁਣ ਤੁਹਾਡੀ ਐਪ ਦੇ ਉੱਤੇ ਅਵੇਲੇਬਲ ਹੁੰਦੀ ਹੈ। ਨੋਟਿਸ ਬੋਰਡ ਵਾਲਾ ਸੈਕਸ਼ਨ ਹੈ, ਕੋਈ ਕਲਾਸ ਦੇ ਟਾਈਮ 'ਚ ਚੇਂਜ ਹੋਏਗਾ, ਕਲਾਸ ਲੱਗਣੀ ਹੈ ਨਹੀਂ ਲੱਗਣੀ ਕੁਛ ਐਦਾਂ ਹੋਏਗਾ ਤਾਂ ਉੱਥੇ ਇਨਫੋਰਮ ਹੋਏਗਾ। ਇਹਦੇ 'ਚ ਇੱਕ ਚੈਟ ਵਾਲੀ ਆਪਸ਼ਨ ਵੀ ਹੈਗੀ, ਆਪਾਂ ਉੱਥੇ ਵੀ ਪਾ ਦਿੰਦੇ ਹੁੰਦੇ ਹਾਂ ਕੁਛ, ਹੈ ਨਾ। ਉਸ ਤੋਂ ਬਾਅਦ ਸਟੱਡੀ ਮਟੀਰੀਅਲ ਵਾਲਾ ਸੈਕਸ਼ਨ ਹੈ, ਉੱਥੇ ਜਾ ਕੇ ਤੁਸੀਂ ਆਪਣੇ ਨੋਟਸ ਵਗੈਰਾ ਦੇਖ ਸਕਦੇ ਹੋ। ਇਹ ਵਾਲਾ ਜਿਹੜਾ ਮੈਂ ਅੱਜ ਟੌਪਿਕ ਕਰਵਾਇਆ ਇਹ ਵੀ ਤੁਹਾਡਾ ਉੱਥੇ ਅਵੇਲੇਬਲ ਹੈ। ਸੇਮ ਜਿਹੜੀ ਚੀਜ਼, ਜਿਹੜਾ ਪੇਜ ਤੁਸੀਂ ਦੇਖ ਰਹੇ ਸੀ, ਇਹੀ ਸੇਮ ਪੇਜ ਤੁਹਾਡਾ ਸਟੱਡੀ ਮਟੀਰੀਅਲ 'ਚ ਪਿਆ ਹੈ। ਉੱਥੋਂ ਹੁਣ ਪੜ੍ਹਨਾ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਨਾ ਬੇਟਾ, ਉਹਨੂੰ ਪੜ੍ਹਨਾ ਹੈ, ਠੀਕ ਹੈ। ਪੜ੍ਹਨ ਤੋਂ ਬਾਅਦ ਉਹਨੂੰ ਜਦੋਂ ਤੁਹਾਨੂੰ ਲੱਗੇ ਮੈਨੂੰ ਹਾਂ ਆ ਗਿਆ, ਫਿਰ ਉਹਨੂੰ ਕਾਪੀ ਦੇ ਉੱਪਰ ਲਿਖਣਾ ਹੈ। ਲਿਖਣ ਨਾਲ ਦੋ ਫਾਇਦੇ ਹੁੰਦੇ ਆ, ਇੱਕ ਤਾਂ ਤੁਸੀਂ ਆਪਣੀ ਭਾਸ਼ਾ 'ਚ ਲਿਖ ਲੈਂਦੇ ਹੋ, ਥੋੜ੍ਹਾ ਈਜ਼ੀ ਹੋ ਜਾਂਦਾ ਹੈ। ਦੂਸਰਾ, ਜਦੋਂ ਆਪਾਂ ਲਿਖ ਕੇ ਦੇਖਦੇ ਹਾਂ ਤਾਂ ਫਿਰ ਸਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦਾ ਹੈ। ਕਲੀਅਰ ਹੈ ਗੱਲ? ਹੁਣ ਸਾਨੂੰ ਉਵੇਂ ਸਾਨੂੰ ਉਵੇਂ ਜੇ ਮਜਬੂਰ ਨਾ ਕਰੋ ਵੀ ਜਿਵੇਂ ਅਸੀਂ 6th-7th ਨੂੰ ਪੜ੍ਹਾਉਂਦੇ ਹੁੰਦੇ ਆ ਟੀਚਰਸ, ਵੀ ਤੁਹਾਨੂੰ ਕਹੀਏ ਅਸੀਂ ਲਿਖ ਕੇ ਉਹ ਦਿਓ, ਮੈਨੂੰ ਕਾਪੀ ਸੈਂਡ ਕਰੋ, ਮੈਨੂੰ ਪੀਡੀਐਫ ਬਣਾ ਕੇ ਦਿਓ, ਵੀ ਸਿਰਫ ਤਾਂ ਕਰਕੇ ਵੀ ਤੁਸੀਂ ਕੰਮ ਕਰ ਲਓ। ਤਾਂ ਤੁਸੀਂ ਇੰਨੇ ਕੁ ਸਿਆਣੇ ਖੁਦ ਹੀ ਬਣੋ ਵੀ ਤੁਸੀਂ ਕੰਮ ਕਰ ਲਓ, ਠੀਕ ਹੈ।